ਪਿਛਲੇ ਦਿਨਾਂ ਦੇ ਵਿੱਚ ਕੈਲੀਫੋਰਨੀਆ ਦੀ ਸਰਕਾਰ ਨੇ ਇਹ ਕਿਹਾ ਸੀ ਵੀ ਅਸੀਂ $300 ਮਿਲੀਅਨ ਫੰਡ ਰੱਖਿਆ ਹੈਗਾ, ਜੋ ਪਹਿਲੀ ਵਾਰੀ ਘਰ ਖਰੀਦਣ ਜਾ ਰਹੇ ਆ ਉਹਨਾਂ ਨੂੰ 20% ਜਿਹੜੀ ਡਾਊਨ ਪੇਮੈਂਟ ਆ ਉਹ ਆਪਾਂ ਦੇਵਾਂਗੇ, ਤੇ ਜਦੋਂ ਉਹ ਘਰ ਵੇਚਣਗੇ ਤੇ ਉਹ ਉਹਨਾਂ ਨੂੰ ਜੋ ਵੀ ਪ੍ਰੋਫਿਟ ਹੋਊਗਾ ਉਸ ਹਿਸਾਬ ਦੇ ਨਾਲ ਡਾਊਨ ਪੇਮੈਂਟ ਪਲੱਸ ਉਹ ਪ੍ਰੋਫਿਟ ਦਾ 20% ਦੇਣਾ ਪਊਗਾ। ਉਸ ਕਰਕੇ ਰੀਅਲ ਸਟੇਟ ਏਜੰਟਸ ਨੇ ਵੀ ਬਹੁਤ ਜ਼ਿਆਦਾ ਉਹਦਾ ਪ੍ਰਚਾਰ ਕੀਤਾ, ਇੰਨੀ ਜ਼ਿਆਦਾ ਐਕਟੀਵਿਟੀ ਹੋ ਗਈ, ਪਰ ਉਹਨਾਂ ਦੇ ਸਿਰਫ 11 ਦਿਨਾਂ ਦੇ ਵਿੱਚ ਹੀ ਇਹ $300 ਮਿਲੀਅਨ ਦਾ ਜੋ ਫੰਡ ਆ ਉਹ ਖਤਮ ਹੋ ਗਿਆ ਹੈਗਾ। ਕੈਲੀਫੋਰਨੀਆ ਦੇ ਵਿੱਚ ਘਰ ਲੈਣਾ ਬਹੁਤ ਔਖਾ ਆ। 34% ਫਸਟ ਟਾਈਮ ਜਿਹੜੇ ਵਾਇਰ ਆ ਉਹ ਸਿਰਫ ਅਫੋਰਡ ਕਰ ਸਕਦੇ ਆ। ਕੈਲੀਫੋਰਨੀਆ ਹਾਊਸਿੰਗ ਫਾਈਨੈਂਸ ਏਜੰਸੀ ਜੋ ਕੈਲ HFA ਆ, ਉਹਨਾਂ ਨੇ ਲੋਨ ਅਸਿਸਟੈਂਸ ਪ੍ਰੋਗਰਾਮ ਹੀ ਸੈਟਅਪ ਕੀਤਾ ਸੀ, 11 ਦਿਨਾਂ ਦੇ ਵਿੱਚ ਖਤਮ ਹੋ ਗਿਆ। 2500 ਦੇ ਕਰੀਬ ਲੋਕ ਇਹਨੂੰ ਜਿਹੜੇ ਵਰਤ ਸਕਣਗੇ। ਬਹੁਤ ਸਾਰੇ ਲੋਕਾਂ ਨੇ ਆਪਣੀਆਂ ਘਰਾਂ ਦੀਆਂ ਆਫਰਾਂ ਦਿੱਤੀਆਂ ਸੀਆਂ, ਉਹਨਾਂ ਨੇ ਕੰਟੀਜੈਂਸੀ ਵਿੱਚ ਪਾਈ ਨਹੀਂ ਸੀ ਵੀ ਜੇ ਇਨ ਕੇਸ ਸਾਨੂੰ ਲੋਨ ਨਾ ਮਿਲਿਆ ਤੇ ਅਸੀਂ ਬੈਕ ਆਊਟ ਹੋ ਜਾਾਂਗੇ। ਹੁਣ ਉਹ ਆਪਣਾ ਡਿਪੋਜ਼ਿਟ ਲੂਜ਼ ਕਰ ਸਕਦੇ ਹੈਗੇ ਆ। ਬਹੁਤ ਸਾਰੇ ਏਜੰਟਸ ਨੇ ਉਹਨਾਂ ਨੂੰ ਇਹ ਐਕਸਪਲੇਨ ਨਹੀਂ ਕੀਤਾ ਸੀ ਭਾਈ ਵੀ ਇਹ ਸਬਜੈਕਟ ਟੂ ਲੋਨ ਦੇ ਆਫਰ ਦੇ ਵਿੱਚ ਲਿਖਿਓ, ਕਿਉਂਕਿ ਧੜਾ ਕਈਆਂ ਨੇ ਆਫਰਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ। ਹੁਣ ਕੈਲੀਫੋਰਨੀਆ ਦਾ ਬਜਟ ਆਲਰੇਡੀ ਕਾਫੀ ਨੈਗੇਟਿਵ ਆ, ਆਪਾਂ ਨੂੰ ਪਤਾ ਹੀ ਆ। ਕੈਲੀਫੋਰਨੀਆ ਲੈਜਿਸਲੇਚਰ ਨੇ ਇਹ ਕਿਹਾ ਵੀ ਨੈਕਸਟ ਈਅਰ ਦਾ ਜਿਹੜਾ ਬਜਟ ਆ ਉਸ ਨੂੰ ਜੂਨ ਮਹੀਨੇ ਚ ਪਾਸ ਆਊਟ ਕਰਨ ਦੇ ਉੱਤੇ ਆਪਾਂ ਵਰਕਆਊਟ ਕਰ ਰਹੇ ਆ, ਤੇ ਜੋ ਲੋਨ ਅਸਿਸਟੈਂਸ ਪ੍ਰੋਗਰਾਮ ਆ ਹੋਪਫੁਲੀ ਇਹਦੇ ਲਈ ਕੋਈ ਹੋਰ ਫੰਡਿੰਗ ਫਿਊਚਰ ਦੇ ਵਿੱਚ ਮਿਲੇ, ਪਰ ਜੋ ਇਹ ਫੰਡਿੰਗ ਦਿੱਤੀ ਗਈ ਸੀ ਉਹ 11 ਦਿਨਾਂ ਦੇ ਵਿੱਚ ਹੀ ਖਤਮ ਹੋ ਗਈ। ਬਿਲਕੁਲ ਜੀ। ਸੋ ਇਹ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ ਉਹ ਆਈ ਆ। ਲੋਨ ਅਸਿਸਟੈਂਸ ਪ੍ਰੋਗਰਾਮ ਆਇਆ ਤਾਂ ਸੀਗਾ, ਜਿਸ ਨੂੰ ਡ੍ਰੀਮ ਫਾਰ ਆਲ ਕਰਕੇ ਇਹਨਾਂ ਨੇ ਇਸ ਦਾ ਨਾਮ ਰੱਖਿਆ ਸੀਗਾ। 300 ਮਿਲੀਅਨ ਰੱਖੇ ਸੀਗੇ ਤੇ ਫਸਟ ਟਾਈਮ ਹੋਮ ਬਾਇਰ ਦੀ ਮਦਦ ਲਈ, ਤੇ ਝੱਟ ਦੇਣੀ ਦੇਖੋ 11 ਦਿਨਾਂ ਦੇ ਵਿੱਚ ਮੁੱਕ ਗਏ। ਘਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਮੀਡੀਅਨ ਪ੍ਰਾਈਸਿਸ ਜਾ ਕੇ ਇੱਧਰ ਨੂੰ ਰਹੀਆਂ ਆ। ਔਰੇਂਜ ਕਾਊਂਟੀ LA ਦੇ ਵਿੱਚ 8,35,000 ਦੀ ਐਵਰੇਜ ਪ੍ਰਾਈਸ ਹੈਗੀ ਆ। ਆਪਾਂ ਇੱਧਰ ਸੈਨ ਫਰਾਂਸਿਸਕੋ ਬੇ ਏਰੀਆ ਵਾਲੇ ਦੇਖੋ, ਇੱਥੇ ਵੀ ਮੈਨੂੰ ਲੱਗਦਾ 1 ਮਿਲੀਅਨ ਤੱਕ ਦੀ ਐਵਰੇਜ ਪ੍ਰਾਈਸ ਜਿਹੜੀ ਆ ਘਰਾਂ ਦੀ ਉਹ ਆ ਰਹੀ ਹੈਗੀ ਆ। ਸੋ ਕਹਿੰਦੇ ਵੀ ਜਿਹੜੇ ਫੰਡਸ ਆ ਉਹ ਕੰਪਲੀਟਲੀ ਕਮਿਟ ਹੋ ਚੁੱਕੇ ਆ। ਕਹਿੰਦੇ 2500 ਲੋਕ ਹੈਗੇ ਆ ਜਿਨ੍ਹਾਂ ਨੂੰ ਇਹ ਲੋਨ ਦਾ ਮਦਦ ਜਿਹੜੀ ਇਸ ਦੇ ਵਿੱਚ ਮਿਲ ਸਕਦੀ ਆ। ਬਾਕੀ ਜਿਹੜੇ ਲੋਕਾਂ ਨੇ ਇਸ ਦੇ ਤਹਿਤ ਅਪਲਾਈ ਕੀਤਾ ਆ ਉਹਨਾਂ ਦੇ ਲਈ ਜਿਹੜੀ ਆ ਉਹ ਜ਼ਰੂਰ ਪ੍ਰੋਬਲਮ ਆਊਗੀ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਹੁਣ ਫਸੇ ਪਏ ਆ ਉਹਨਾਂ ਦੇ ਲਈ ਇੱਕ ਔਖੀ ਘੜੀ ਜਿਹੜੀ ਉਹ ਹੋਊਗੀ। ਤੇ ਜਿੱਦਾਂ ਤੁਸੀਂ ਆਲਰੇਡੀ ਦੱਸ ਹੀ ਚੁੱਕੇ ਆ ਵੀ ਭਾਈ ਜਿਨ੍ਹਾਂ ਦਾ ਹੁਣ ਉਹਨਾਂ ਨੇ ਮਨੀ ਡਾਊਨ ਦਿੱਤੀ ਆ, ਹੋ ਸਕਦਾ ਹੈ ਕੁਛ ਹਿੱਸਾ ਉਹ ਵੀ ਜਿਹੜਾ ਉਹਨਾਂ ਦਾ ਮਰ ਸਕਦਾ। ਜੇ ਤੁਸੀਂ ਥੋੜਾ ਜਿਹਾ ਇਸ ਦੇ ਉੱਤੇ ਥੋੜਾ ਜਿਹਾ ਹਰਜੋਤ ਸਿੰਘ ਜੀ ਐਕਸਪਲੇਨ ਕਰ ਸਕਦੇ ਆ ਵੀ ਕਿਸ ਤਰੀਕੇ ਦੇ ਨਾਲ ਕੀ ਇਹਨਾਂ ਦੇ ਬਚਾਅ ਦਾ ਕੋਈ ਸਾਧਨ ਹੈਗਾ ਆ, ਜਾਂ ਉਹ ਮਨੀ ਜਿਹੜੀ ਉਹ ਲੂਜ਼ ਕਰ ਜਾਣਗੇ? ਇਹ ਹੁਣ ਨਾ ਰੀਅਲ ਸਟੇਟ ਜਿਹੜੇ ਏਜੰਟ ਸੀ ਉਹਨਾਂ ਦੇ ਨਾਲ ਗੱਲਬਾਤ ਕਰਨੀ ਪਊਗੀ ਜਿਨ੍ਹਾਂ ਨੇ ਆਫਰ ਦਿੱਤੀ ਸੀਗੀ। ਹੋਪਫੁਲੀ ਜਿਹੜੇ ਆਪਣੇ ਰੀਅਲ ਸਟੇਟ ਏਜੰਟ ਆਉਂਦੇ ਹੁੰਦੇ ਹੈਗੇ ਸਪੈਸ਼ਲ ਪ੍ਰੋਗਰਾਮ 'ਚ, ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ, ਉਹ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਦੇ ਸਕਦੇ ਆ। ਠੀਕ ਹੈ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਆਪਾਂ ਕੱਲ ਡਿਸਕਸ ਕੀਤਾ ਸੀ ਵੀ ਕਿਸ ਤਰ੍ਹਾਂ ਸੈਨ ਫਰਾਂਸਿਸਕੋ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਸਟੋਰ ਆ ਹੋਲ ਫੂਡਸ ਦਾ ਉਹ ਬੰਦ ਹੋ ਗਿਆ। ਕਾਰਨ ਉਹਨਾਂ ਨੇ ਸੇਫਟੀ ਦੱਸਿਆ, ਚੋਰੀ ਜ਼ਿਆਦਾ ਹੁੰਦੀ ਸੀ। ਉਹ ਚੋਰੀ ਤਾਂ ਹੋਣੀ ਆ। ਕੱਲ ਇੱਕ ਬਹੁਤ ਵੱਡੀ ਡਾਕੂਮੈਂਟਰੀ ਵੀ ਉਹਦੇ ਸੰਬੰਧ ਦੇ ਵਿੱਚ ਸੈਨ ਫਰਾਂਸਿਸਕੋ ਦੇ ਇੱਕ ਚੈਨਲ ਨੇ ਬਣਾਈ ਵੀ ਕਿਸ ਤਰ੍ਹਾਂ ਕਹਿੰਦੇ ਵੀ ਕਾਲੇ ਬੈਗ ਭਰ ਕੇ ਵੱਡੇ ਜਿਹੜੇ ਗਾਰਬੇਜ ਵਾਲੇ ਹੁੰਦੇ ਆ, ਲੋਕ ਇਕੱਠੇ ਹੋ ਕੇ ਜਾਂਦੇ ਆ, ਭਰ ਕੇ ਲਿਆਂਦੇ, ਤੇ ਜਿਹੜੇ ਸਿਕਿਉਰਿਟੀ ਗਾਰਡ ਆ ਉਹਦੇ ਉੱਤੇ ਥੁੱਕਦੇ ਵੀ ਆ, ਉਹਨਾਂ ਨੂੰ ਧੱਕੇ ਵੀ ਮਾਰਦੇ ਆ। ਸੋ ਉਸ ਕਰਕੇ ਜੋ ਸਟੋਰ ਵਾਲੇ ਕਹਿੰਦੇ ਆ ਵੀ ਅਸੀਂ ਆਪਣੇ EMPLOYEES ਦੀ ਸੇਫਟੀ ਨੂੰ ਲੈ ਕੇ ਇਹ ਸਟੋਰ ਬੰਦ ਕਰਨ ਜਾ ਰਹੇ ਆ। ਸੋ ਕੱਲਾ ਇਹ ਨਹੀਂ ਹੈ, ਬਹੁਤ ਸਾਰੇ ਸ਼ਹਿਰਾਂ 'ਚ ਇਹ ਹੁਣ ਵੇਵ ਚੱਲ ਪਈ ਆ। ਅੱਜ ਵਾਲਮਾਰਟ ਨੇ ਅਨਾਉਂਸ ਕੀਤਾ ਆ ਵੀ ਸ਼ਿਕਾਗੋ ਦੇ ਵਿੱਚ 4 ਸਟੋਰ ਉਹ ਵੱਡੇ ਜਿਹੜੇ ਆ ਵਾਲਮਾਰਟ ਬੰਦ ਕਰਨ ਜਾ ਰਹੇ ਆ। ਆਪਣੇ ਮੁਲਕ ਦਾ ਲਾਰਜੈਸਟ ਰੀਟੇਲਰ ਆ। ਉਹਨਾਂ ਨੇ ਇਹੀ ਦੱਸਿਆ, ਕਾਰਨ ਸੇਮ ਹੀ ਆ ਜੋ ਸੈਨ ਫਰਾਂਸਿਸਕੋ ਵਾਲਾ, ਵੀ ਉੱਥੇ ਵੀ ਚੋਰੀ ਬਹੁਤ ਵਧੀਆ, ਤੇ ਜੋ EMPLOYEES ਹੈਗੇ ਆ ਉਹਨਾਂ ਦੀ ਸੇਫਟੀ ਮੇਨ ਰੀਜ਼ਨ ਹੈਗਾ ਆ। ਉਹਨਾਂ ਨੂੰ ਕੁੱਟਦੇ ਵੀ ਆ ਤੇ ਲੁੱਟਦੇ ਵੀ ਹੈਗੇ ਆ। ਸੋ ਇਸ ਕਰਕੇ ਸ਼ਿਕਾਗੋ ਦੇ ਵਿੱਚ ਵੀ ਜਿਹੜੇ 4 ਵੱਡੇ ਸਟੋਰ ਆ ਅੱਜ ਵਾਲਮਾਰਟ ਨੇ ਅਨਾਉਂਸ ਕੀਤਾ ਉਹ ਬੰਦ ਕਰਨ ਜਾ ਰਹੇ। ਜੀ ਬਿਲਕੁਲ। ਸੋ
ਇਹ ਵੇਵ ਖਤਰਨਾਕ ਆ। ਬਹੁਤ ਸਾਰੇ ਲੋਕਾਂ ਦੀਆਂ ਜੌਬਾਂ ਜਿਹੜੀਆਂ ਉਹਦੇ ਵਿੱਚ ਜਾਣਗੀਆਂ। ਸਿਟੀ ਨੂੰ ਜਿਹੜਾ ਉਸ ਦੇ ਵਿੱਚ ਨੁਕਸਾਨ ਜਿਹੜਾ ਹੋਊਗਾ, ਟੈਕਸ ਦੇਖੋ ਕਿੰਨਾ ਘੱਟ ਉਹਨਾਂ ਨੂੰ ਇਸ ਦੇ ਕਰਕੇ ਜਿਹੜਾ ਉਹ ਮਿਲਣਾ ਹੈ। ਪ੍ਰੋਪਰਟੀ ਟੈਕਸ, ਰੈਂਟਰ ਵਾਲਿਆਂ ਨੂੰ ਕਿੰਨੀਆਂ ਜਾਣਿਆਂ ਦੀਆਂ ਜਿਹੜੀਆਂ ਸਿੱਧੇ ਤੌਰ ਦੇ ਉੱਤੇ ਇੱਕ ਸਟੋਰ ਬੰਦ ਹੋਣ ਦੇ ਨਾਲ ਚੀਜ਼ਾਂ ਜੁੜੀਆਂ। ਲੋਕਾਂ ਲਈ ਵੀ ਪਰੇਸ਼ਾਨੀ ਹੁੰਦੀ ਹੈ, ਜਿਨ੍ਹਾਂ ਨੇ ਬਾਏ ਕਰਨਾ ਹੁੰਦਾ ਉਹਨਾਂ ਨੂੰ ਵੀ ਦੂਰ ਜਾਣਾ ਪਊਗਾ, ਉਹਨਾਂ ਨੂੰ ਕਿਸੇ ਹੋਰ ਪਾਸੇ ਜਿਹੜਾ ਉਹ ਜਾਣਾ ਪਵੇਗਾ। ਤੇ ਇਹ ਜਿਹੜਾ ਜ਼ਰੂਰ ਆ ਵੀ ਕੀ ਜਿਹੜਾ ਇਸ ਦੇ ਵਿੱਚ ਕਰਨਾ ਚਾਹੀਦਾ ਆ। ਬਹੁਤ ਸਾਰੀਆਂ ਜਿਹੜੀਆਂ ਲਿਬਰਲ ਸਿਟੀਜ਼ ਆ ਉਹ ਪਾਲਿਸੀਜ਼ ਲੈ ਆਉਂਦੀਆਂ ਆ, ਪਰ ਉਹਦੇ ਲਈ ਢਾਂਚਾ ਇਹਨਾਂ ਕੋਲ ਤਿਆਰ ਨਹੀਂ ਹੁੰਦਾ। ਪੱਟਾਂ ਤੇ ਥਾਪੀਆਂ ਮਾਰਦੇ, ਅਸੀਂ ਆਹ ਵੀ ਕਰ ਲਾਂਗੇ, ਆਹ ਵੀ ਕਰ ਲਾਂਗੇ, ਹੁੰਦਾ ਕੁਛ ਵੀ ਨਹੀਂ ਆ। ਜਾਂ ਤਾਂ ਕੋਈ ਇੱਕ ਚੀਜ਼ ਕਰਕੇ ਜਿਹੜੇ ਸਹੀ ਢੰਗ ਦੇ ਨਾਲ ਦਿਖਾਉਣ ਤੇ ਮੇ ਬੀ ਉਸ ਮਾਡਲ ਨੂੰ ਲੋਕ ਫਾਲੋ ਕਰਨ। ਪਰ ਇਹ ਡੈਫੀਨੇਟਲੀ ਕਿਤੇ ਨਾ ਕਿਤੇ ਇਹ ਸਵਾਲ ਜਿਹੜੇ ਉੱਠਦੇ, ਇਹ ਨਹੀਂ ਆ ਵੀ ਇਕੱਲੀਆਂ ਲਿਬਰਲ ਸਿਟੀਜ਼ ਦੀ ਉਹ ਇਕੱਲੀ ਪ੍ਰੋਬਲਮ ਆ। ਬਹੁਤ ਸਾਰੀਆਂ ਰੈੱਡ ਸਟੇਟ ਦੇ ਸਿਟੀਜ਼ ਦੇ ਵਿੱਚ ਵੀ ਕ੍ਰਾਈਮ ਵੇਵ ਇਹ ਨਹੀਂ ਆ ਵੀ ਉੱਥੇ ਹੈ ਹੀ ਨਹੀਂ, ਉੱਥੇ ਵੀ ਬਥੇਰੀ ਆ। ਉਹਨਾਂ ਵੀ ਕਈ ਥਾਵਾਂ ਦੇ ਉੱਤੇ ਬਥੇਰਾ ਕੁਛ ਹੈਗਾ। ਸੋ ਲੋਕਲ ਸਿਟੀਜ਼ ਤੋਂ ਲੈ ਕੇ ਗਵਰਨਮੈਂਟਸ ਨੂੰ ਇਸ ਚੀਜ਼ ਦੇ ਵੱਲ, ਪਬਲਿਕ ਸੇਫਟੀ ਦੇ ਵੱਲ, ਬਿਜ਼ਨੈਸਿਸ ਦੀ ਸਾਂਭ ਸੰਭਾਲ ਵੱਲ ਉਹ ਰਹਿਣ, ਉਸ ਦੇ ਉੱਤੇ ਜਿਹੜਾ ਉਹ ਜ਼ਰੂਰ ਕਦਮ ਜਿਹੜੇ ਉਹ ਚੱਕਣੇ ਚਾਹੀਦੇ ਆ। ਇੱਕ ਦੂਜੇ ਦੇ ਉੱਤੇ ਫਿੰਗਰ ਪੁਆਇੰਟਿੰਗ ਕਰਨੀ ਤਾਂ ਬਹੁਤ ਸੌਖੀ ਆ, ਪਰ ਉਹਨਾਂ ਮਸਲਿਆਂ ਦੇ ਹੱਲ ਜਿਹੜੇ ਆ ਅਸਲ ਦੇ ਵਿੱਚ ਲੈ ਕੇ ਆਉਣੇ, ਉਹ ਕੰਮ ਥੋੜ੍ਹਾ ਔਖਾ ਜਿਹੜਾ ਉਹ ਨਜ਼ਰ ਆ ਰਿਹਾ ਆ। ਅਜਿਹੇ ਇੱਕ ਦੂਜੇ ਨੂੰ ਜਿਹੜਾ ਉਹ ਆਪਣੇ ਪੋਲੀਟੀਕਲ ਪਲੇਟਫਾਰਮ ਨੂੰ ਇੱਕ ਦੂਜੇ ਨੂੰ ਭੰਡਣ ਦੇ ਉੱਤੇ ਜਿਹੜਾ ਉਹ ਜ਼ਰੂਰ ਜ਼ੋਰ ਲਾਉਂਦੇ ਨੇ, ਪਰ ਇਕੱਠੇ ਮਿਲ ਕੇ ਕੁਛ ਸੋਲਿਊਸ਼ਨ ਲੱਭਿਆ ਜਾਵੇ, ਉਹ ਅਜੇ ਕਿਤੇ ਨਾ ਕਿਤੇ ਗਵਾਚਾ ਹੀ ਪਿਆ ਹੈਗਾ ਆ। ਜੀ।